ਧੰਨ ਵਾਹਿਗੁਰੂ ਸਾਹਿਬ ਜੀਓ। ਹਰ ਚੌਥੜੀ ਲਾਵ ਮਨ ਸਹਿਜ ਪਿਆ। ਹਰ ਪਾਇਆ ਬਲਰਾਮ ਜੀਓ। ਗੁਰਮੁਖ ਮਿਲਿਆ ਸੋ ਪਾਏ। ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ। ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ। ਅਨ ਦਿਨ ਹਰ ਲਿਵ ਲਾਈ। ਮਨ ਚਿੰਦਿਆ ਫਲ ਪਾਇਆ ਸੁਆਮੀ। ਹਰ ਨਾਮ ਵੱਜੀ ਵਾਧਾਈ। ਹਰ ਪ੍ਰਭ ਠਾਕੁਰ ਕਾਜ ਰਚਾਇਆ। ਧਨ ਹਿਰਦੈ ਨਾਮ ਵਿਗਾਸੀ। ਜਨ ਨਾਨਕ ਬੋਲੇ ਚੌਥੀ ਲਾਵੇ। ਹਰ ਪਾਇਆ ਪ੍ਰਭ ਐ ਵਿਨਾਸ਼ੀ। ਜਨ ਨਾਨਕ ਬੋਲੇ ਚੌਥੀ ਲਾਵੇ। ਹਰ ਪਾਇਆ ਪ੍ਰਭ ਐ ਵਿਨਾਸ਼ੀ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਤਿਨਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗੇ ਹਾਂ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਜੋ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਇਲਾਹੀ ਬਾਣੀ ਦੇ ਪਾਠ ਦੇ ਨਾਲ ਸਾਂਝ ਬਣਾਉਂਦਿਆਂ ਅਕਾਲ ਪੁਰਖ ਪਰਮਾਤਮਾ ਜੀ ਦੇ ਗੁਣਾਂ ਨੂੰ ਗਾਉਣ ਦਾ ਯਤਨ ਕਰ ਰਹੇ ਸਾਂ। ਆਓ ਜਿੱਥੇ ਬੜੇ ਪਿਆਰ ਸਹਿਤ ਪਾਵਨ ਬਾਣੀ ਦੇ ਪਾਠ ਦੇ ਨਾਲ ਸਾਂਝ ਬਣਾਈ ਹੈ, ਕੁਝ ਕੁ ਸਮਾਂ ਪਾਵਨ ਬਾਣੀ ਦੀ ਵਿਚਾਰ ਨੂੰ ਸਮਝਣ ਦਾ, ਜਾਣਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਿਤਾ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰ ਫਤਿਹ ਦੇ ਨਾਲ ਸਾਂਝ ਪਾਈਏ ਜੀ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਤਿਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਬਹੁਤ ਹੀ ਮਕਬੂਲ ਰਚਨਾ, ਜਿਸ ਨੂੰ ਆਪਾਂ ਇਉਂ ਕਹਿ ਲਈਏ ਕਿ ਸਿੱਖ ਧਰਮ ਦੇ ਅਕੀਦੇ ਦੇ ਮੁਤਾਬਕ, ਸਿੱਖ ਧਰਮ ਦੇ ਵਿਸ਼ਵਾਸ ਦੇ ਮੁਤਾਬਕ
ਜਿੰਨਾ ਚਿਰ ਸਿੱਖ ਦੇ ਜੀਵਨ ਦੇ ਵਿੱਚ ਇਸ ਰਚਨਾ ਦੀ ਸ਼ਮੂਲੀਅਤ ਨਹੀਂ ਹੁੰਦੀ, ਉਨਾ ਚਿਰ ਸਿੱਖ ਜਿਹੜਾ ਹੈ ਉਹ ਗ੍ਰਹਿਸਥ ਨੂੰ ਆਪਣੇ ਗ੍ਰਹਿਸਥੀ ਜੀਵਨ ਨੂੰ ਸ਼ੁਰੂਆਤ ਦੇ ਵਿੱਚ ਨਹੀਂ ਲਿਆ ਸਕਦਾ, ਉਹਦੇ ਜੀਵਨ ਦੀ ਸ਼ੁਰੂਆਤ ਨਹੀਂ ਹੋ ਸਕਦੀ। 4 ਲਾਵਾਂ ਦਾ ਪਾਠ ਹੋਵੇਗਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਤੇ ਸਿੱਖ ਵਿਸ਼ਵਾਸ ਦੇ ਮੁਤਾਬਕ, ਸਿੱਖੀ ਰਵਾਇਤਾਂ ਦੇ ਮੁਤਾਬਕ ਤਾਂ ਹੀ ਸਿੱਖ ਜਿਹੜਾ ਹੈ ਉਹ ਗ੍ਰਹਿਸਥ ਧਰਮ ਦੇ ਵਿੱਚ ਪ੍ਰਵੇਸ਼ ਕਰ ਸਕਦਾ ਹੈ। ਖੈਰ, ਆਪਾਂ 3 ਲਾਵਾਂ ਨੂੰ ਕੱਲ੍ਹ ਤੱਕ ਸਮਝਣ ਦਾ ਯਤਨ ਕੀਤਾ ਸੀ ਕਿ ਇਹ ਇਕੱਲਾ ਕੇਵਲ ਮਹਜ਼ ਇੱਕ ਰਸਮ ਹੀ ਨਹੀਂ, ਇਹ ਉਸ ਪ੍ਰਭੂ ਪਤੀ ਪਰਮਾਤਮਾ ਦੇ ਨਾਲ ਇਸ ਜੀਵ ਰੂਪੀ ਇਸਤਰੀ ਦੇ ਮਿਲਾਪ ਦਾ ਸਤਿਗੁਰੂ ਜੀ ਨੇ ਇੱਕ ਮਾਰਗ ਸਾਡੇ ਸਾਹਮਣੇ ਰੱਖਿਆ ਹੈ ਵੀ ਕਿਵੇਂ ਉਸ ਪ੍ਰਭੂ ਪਤੀ ਪਰਮਾਤਮਾ ਦੇ ਨਾਲ ਮਿਲਾਪ ਹੋ ਸਕਦਾ। ਤੇ ਆਪਾਂ ਕੱਲ੍ਹ ਤੱਕ ਇਸ ਵਿਚਾਰ ਨੂੰ ਸਮਝਣ ਦਾ ਯਤਨ ਕੀਤਾ ਸੀ ਵੀ ਸਭ ਤੋਂ ਪਹਿਲਾਂ ਪ੍ਰਵਿਰਤੀ ਕਰਮ ਵਾਲੇ ਪਾਸੇ ਸਾਨੂੰ ਚੱਲਣਾ ਪਵੇਗਾ, ਭਾਵ ਆਹਰ ਕਰਨਾ ਪਵੇਗਾ, ਉਦਮ ਕਰਨਾ ਪਵੇਗਾ। ਇਹ ਆਪਣੇ ਜੀਵਨ ਦੇ ਅੰਦਰ ਸਾਨੂੰ ਹਿਆ ਕਰਨਾ ਪਵੇਗਾ ਕਿ ਅਸੀਂ ਨਾਮ ਨੂੰ ਜਪਣ ਵਾਲੇ ਪਾਸੇ, ਉਸ ਪਰਮਾਤਮਾ ਦੀ ਸਿਫਤ ਸਲਾਹ ਵਾਲੇ ਪਾਸੇ ਤੁਰ ਸਕੀਏ। ਇਸੇ ਕਰਕੇ ਬਾਣੀ ਨੇ ਬੜੀ ਪਿਆਰੀ ਗੱਲ ਸਾਡੇ ਸਾਹਮਣੇ ਰੱਖੀ ਹੈ, ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਸਤਿਗੁਰੂ ਜੀ ਕਹਿਣ ਲੱਗੇ, ਜੇ ਤੂੰ ਇਹ ਉਦਮ ਕਰੇ, ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਜੇ ਤੂੰ ਉਦਮ ਕਰੇ ਨਾ ਤੇ ਇਸ ਉਦਮ ਦੇ ਨਾਲ ਉਸ ਪਰਮਾਤਮਾ ਦੇ ਨਾਮ ਨੂੰ ਜਪਣ ਦੀ ਕਮਾਈ ਕਰੇ, ਕਿਉਂਕਿ ਇੱਕ ਮਸ਼ੱਕਤ ਹੈ, ਇੱਕ ਕਮਾਈ ਹੈ। ਆਪਾਂ ਰੋਜ਼ ਪੜ੍ਹਦੇ ਹਾਂ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ। ਸਤਿਗੁਰੂ ਜੀ ਕਹਿਣ ਲੱਗੇ, ਜੇ ਤੂੰ ਇਹ ਉਦਮ ਕਰੇ, ਜੇ ਤੂੰ ਇਹ ਆਹਰ ਕਰੇ, ਤੇ ਫਿਰ ਇਸ ਆਹਰ ਦੇ ਵਿੱਚੋਂ ਤੈਨੂੰ ਪ੍ਰਾਪਤੀ ਕੀ ਹੋਵੇਗੀ? ਧਿਆਏਂਦਿਆਂ ਤੂੰ ਪ੍ਰਭੂ ਮਿਲ, ਇਸ ਨਾਮ ਨੂੰ ਧਿਆਉਂਦਿਆਂ ਧਿਆਉਂਦਿਆਂ ਤੈਨੂੰ ਉਹ ਪਰਮਾਤਮਾ ਮਿਲ ਪਵੇਗਾ। ਤੇ ਜਿੱਦਣ ਪਰਮਾਤਮਾ ਮਿਲ ਪਿਆ, ਨਾਨਕ ਉਤਰੀ ਚਿੰਤ। ਸਤਿਗੁਰੂ ਜੀ ਕਹਿਣ ਲੱਗੇ, ਉਦਣ ਤੇਰੀ ਹਰ ਇੱਕ ਪ੍ਰਕਾਰ ਦੀ ਚਿੰਤਾ, ਫਿਕਰ, ਸਹਿਮ, ਡਰ ਤੇ ਤੋਖਲਾ ਜਿਹੜਾ ਹੈ ਉਹ ਖਤਮ ਹੋ ਜਾਵੇਗਾ। ਤੇਰੇ ਮਨ ਦੇ ਅੰਦਰ ਜੇ ਡਰ ਹੈ, ਕੋਈ ਫਿਕਰ ਹੈ, ਕੋਈ ਸਹਿਮ ਹੈ, ਕੋਈ ਤੋਖਲਾ ਹੈ, ਤੇ ਇਸ ਦਾ ਕਾਰਨ ਇਹ ਹੈ ਕਿ ਅਜੇ ਤੇਰੇ ਹਿਰਦੇ ਦੇ ਅੰਦਰ ਉਹ ਪਰਮਾਤਮਾ ਦੇ ਗੁਣ ਜਿਹੜੇ ਨੇ ਉਹ ਨਹੀਂ ਆਏ। ਅਜੇ ਤੇਰੇ ਅੰਦਰ ਬੈਠਾ ਪਰਮਾਤਮਾ ਤੈਨੂੰ ਨਜ਼ਰ ਨਹੀਂ ਪਿਆ। ਜਿੱਦਣ ਉਹ ਤੈਨੂੰ ਨਜ਼ਰ ਪੈ ਗਿਆ, ਸਤਿਗੁਰੂ ਜੀ ਕਹਿਣ ਲੱਗੇ, ਫਿਰ ਤੂੰ ਇਹ ਗੱਲ ਕਵੇਂਗਾ, ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰ ਹਰ ਜੀਉ ਭਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੇ ਕਰ ਧਰਿਆ। ਖੈਰ, ਸਤਿਗੁਰੂ ਜੀ ਕਹਿੰਦੇ ਨੇ, ਪਹਿਲਾ ਕਰਮ ਇਹ ਹੈ ਪਰਮਾਤਮਾ ਦੇ ਨਾਮ ਨੂੰ ਜਪਣ ਦਾ ਆਹਰ ਕਰ। ਦੂਸਰਾ, ਇਹ ਨਾਮ ਤੈਨੂੰ ਮਿਲਣਾ ਕਿੱਥੋਂ ਹੈ? ਕਿਉਂਕਿ ਨਾਮ ਦੇਣ ਵਾਲੇ ਵੀ ਅੱਜ ਬੜੇ ਤੁਰੇ ਫਿਰਦੇ ਨੇ। ਤੁਸੀਂ ਵੇਖੋ ਵੀ ਐਸੇ ਵੀ ਲੋਕ ਨੇ ਜਿਨ੍ਹਾਂ ਨੇ ਨਾਮ ਨੂੰ ਆਪਣੇ ਆਪਣੇ ਤੌਰ 'ਤੇ ਪਰਿਭਾਸ਼ਿਤ ਕੀਤਾ ਹੈ, ਤੇ ਉਹ ਫਿਰ ਬਕਾਇਦਾ ਇਹ ਗੱਲ ਕਹਿੰਦੇ ਨੇ ਵੀ ਜਿਹੜਾ ਨਾਮ ਅਸੀਂ ਤੁਹਾਨੂੰ ਦੇ ਰਹੇ ਹਾਂ ਉਹ ਤੁਸੀਂ ਅੱਗੇ ਕਿਸੇ ਨੂੰ ਨਹੀਂ ਦੱਸਣਾ। ਤੇ ਨਾਮ ਨੂੰ ਜਪਣ ਦੀਆਂ ਅਨੇਕਾਂ ਵਿਧੀਆਂ, ਨਾਮ ਨੂੰ ਜਪਣ ਦੇ ਅਨੇਕਾਂ ਢੰਗ ਤੇ ਤਰੀਕੇ ਸਾਡੇ ਸਾਹਮਣੇ ਇਜਾਦ ਕੀਤੇ ਗਏ। ਇਸ ਕਰਕੇ ਸਤਿਗੁਰੂ ਜੀ ਕਹਿਣ ਲੱਗੇ, ਦੂਸਰਾ ਪੜਾਵ ਇਹ ਹੈ,
हर दूजड़ी लाम सतगुर पुरख मिलाया बलराम जियो। ये नाम तेनू मिलना है पूरे गुरु दे कोलों। ते सतगुरु जी कहन लगे पूरे गुरु दे कोल जदों जाना है ना, तो फिर एवें बद्धा चट्टी ना जाई। हुण वेखो भी किड्डी तरतीब दे नाल सतगुरु जी ने जिहड़ी गल सानू समझाई है, अज चौथी लाम दी आपां विचार नूं समझण दा यतन करना है। पर ये सारा बड़े तरतीब दे नाल सतगुरु जी ने भी जे गुरु दे कोलों नाम प्राप्त करन जाना है तो फिर एवें ना जाई। हालांकि भावें इतिहास दे कुछ तत्थ जिहड़े ने वो इस गल दे नाल सहमति नहीं प्रगटाउंदे। मैं ये जिहड़ी आप जी दे नाल घटना साझी करनी चाहुंदा। मेरा मकसद इत्थे ये नहीं है भी जो इतिहास साडे सामने रखिया गया है आपां उस इतिहास नूं केवल हूबहू मन लेना है, क्योंकि गुरमत दे अंदर इहो जी कोई भी विचार जिहड़ी है वो सतगुरु जी ने प्रवान नहीं की। पर इतिहास दियां पन्नियां दे विचों आपां एक घटना पढ़दे हां भी अक्सर ही माता गंगा जी सत्कारयोग बाबा बुढ़ा जी दे लई प्रशादा पानी लैके जांदे सन। खिमा करना, मैं स्पष्ट कर दियां भी इत्थे ये भाव नहीं भी वो किते कोई गुरु हरगोबिंद साहिब जी महाराज दे जन्म दे लई वर लैन गए ने या किते वो किसी होर मनशा दे नाल गए ने। सत्कारयोग बाबा बुढ़ा जी उस वेले सिख कौम की सब तो वडेरी ते सब तो उचेरी हस्ती है। ते अक्सर ही माता गंगा जी जिहड़े ने वो बाबा बुढ़ा जी दे कोल जांदे रहिंदे ने दर्शनां दे लई। पिता समान उन्हां नूं जाण के अनेकां वरी उन्हां दे दर्शनां दे लई उन्हां दे नाल बचन विलास करन दे लई वो तुरे रहिंदे ने। ते जदों भी जांदे ने कुछ ना कुछ वो पदार्थ जिहड़ा है वो बना के लैके जांदे ने। आ मिस्सियां रोटियां, ये अचार गंढा, ये आम पंजाब दे पिंडां दे विच किरसानां दा एक खाना रहा है, खुराक रही है। पर असी इस नूं एक गलत नज़रीए तो इस गल नूं आपां प्रचारन दा या इतिहास के पन्नियां दे विच वेखण दा यतन कीता भी माता गंगा जी बकायदा बाबा बुढ़ा जी दे कोल ये मिस्से प्रशादे लैके गए ताकि वो वर प्राप्त कर सकन भी उन्हां दे घर पुत्र दा जन्म होवे। ते फिर साडियां इतिहासकारां ने इहो जिहियां साखियां घड़ियां भी उन्हां ने जदों मुक्की मार के गंढा भन्निया ते गंढे दे विचों एक पिच्ची निकली ते बाबा बुढ़ा जी फिर कहंदे ने तुहाडे घर वो पुੱਤ पैदा होवेगा जिहड़ा वैरियां दे सिर इस ढंग दे नाल भन्ने। ते मैं अक्सर बेनती करया करदा भी मन के चलो आपां जे 2 मिनट दे लई इतिहास की इस घटना नूं सच समझ भी लईए, मन भी लईए, ते की जे बाबा बुढ़ा जी माता गंगा जी नूं वर ना दिंदे ते फिर माता गंगा जी दे घर कदे भी बच्चे ने जन्म नहीं सी लैना। गुरु हरगोबिंद साहिब जी महाराज का जन्म उन्हां दे घर कदे होना नहीं सी कि उन्हां दी कुख जिहड़ी है वो सखणी रहनी सी। नहीं, ये जन्म ते मौत का जिहड़ा सिलसिला है ये खिमा करना मैनू ये गल कह देना भी ना तो गुरु दे हथ है ना किसी सिख दे हथ है, क्योंकि बाणी कहंदी है जम्मन मरना हुक्म है भाणे आवे जाए। मैं बेनती जिहड़ी करनी चाह रहा भी जे गुरु दे कोल जाना है तो फिर जाना किवें है। वेखो जिहड़ी गल नूं आपां समझ रहे हैं भी परमात्मा दे नाम नूं जपण दा उद्यम पैदा होवे ते ये उद्यम जिहड़ा है ये तू गुरु दे कोल जाके जे इस उद्यम दे नाल तू गुरु तक पहुँच करेगा तो गुरु तेनू नाम जपण दी एक प्रक्रिया दसेगा, ढंग दसेगा। तो गुरु दे कोल हुण जाना किवें है। तो इतिहास के आपां पन्ने पढ़ते हैं भी माता गंगा जी बड़े शानो शौकत दे नाल गए। वो जदों गुरु अर्जन साहिब जी महाराज दे कोलों इजाज़त लै करके बीड़ बाबा बुढ़ा साहिब जी गए ने अमृतसर साहिब तो, ते बड़े शानो शौकत दे नाल गए। जदों वो गए ने ते अगे बाबा बुढ़ा जी जिहड़े सन
ਉਹਨਾਂ ਨੇ ਇਸ ਗੱਲ ਨੂੰ ਕੋਈ ਬਹੁਤਾ ਚੰਗਾ ਨਾ ਜਾਣਿਆ ਵੀ ਹੋਵੇ ਗੁਰੂ ਘਰ, ਤੇ ਉਹ ਗੁਰੂ ਘਰ ਜਿਹੜਾ ਹੈ ਉਹ ਕਿਸੇ ਦਿਖਾਵੇ ਦਾ ਪ੍ਰਗਟਾਵਾ ਕਰੇ, ਕਿਸੇ ਹੰਕਾਰ ਦਾ ਪ੍ਰਗਟਾਵਾ ਕਰੇ, ਇਹ ਗੁਰੂ ਘਰ 'ਚ ਪ੍ਰਵਾਨ ਨਹੀਂ। ਮੈਂ ਅਕਸਰ ਬੇਨਤੀ ਕਰਿਆ ਕਰਦਾ ਵੀ ਇਸ ਘਰ ਦੇ ਅੰਦਰ ਸਾਦਗੀ ਨੂੰ ਪਹਿਲ ਹੈ, ਇਸ ਘਰ ਦੇ ਅੰਦਰ ਨਿਮਰਤਾ ਨੂੰ ਪਹਿਲ ਹੈ, ਇਸ ਘਰ ਦੇ ਅੰਦਰ ਸੱਚ ਨੂੰ ਤੇ ਹਲੀਮੀ ਨੂੰ ਪਹਿਲ ਹੈ। ਸੋ ਬਾਬਾ ਬੁੱਢਾ ਜੀ ਨੇ ਉਸ ਗੱਲ ਨੂੰ ਕੋਈ ਬਹੁਤਾ ਸੁਖਾਵਾਂ ਨਾ ਜਾਣਿਆ। ਮਾਤਾ ਗੰਗਾ ਜੀ ਜਿਹੜੇ ਸਨ ਉਹ ਪਹਿਲਾਂ ਵੀ ਜਾਂਦੇ ਸਨ ਤੇ ਅੱਜ ਵੀ ਜਦੋਂ ਗਏ ਨੇ ਉਹਨਾਂ ਨੂੰ ਬਾਬਾ ਬੁੱਢਾ ਜੀ ਦੇ ਸੁਭਾਅ ਦੇ ਵਿੱਚ ਥੋੜ੍ਹਾ ਜਿਹਾ ਅੰਤਰ ਜਿਹੜਾ ਸੀ ਉਹ ਨਜ਼ਰ ਆਇਆ। ਇਹ ਗੱਲ ਆ ਕੇ ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਸਾਂਝੀ ਕੀਤੀ। ਜਦੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਨਾਲ ਸਾਂਝੀ ਕੀਤੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਸਾਰੀ ਵਿਥਿਆ ਪੁੱਛੀ ਵੀ ਕਿਸ ਢੰਗ ਦੇ ਨਾਲ ਤੇ ਕਿਵੇਂ ਤੁਸੀਂ ਗਏ ਸੀ। ਮਾਤਾ ਜੀ ਨੇ ਸਭ ਕੁਝ ਸੁਣਾਇਆ। ਸਤਿਗੁਰੂ ਜੀ ਕਹਿਣ ਲੱਗੇ, ਨਹੀਂ, ਇਸ ਢੰਗ ਦੇ ਨਾਲ ਨਹੀਂ। ਜੇ ਗੁਰੂ ਦੇ ਦਰ ਤੇ ਆਉਣਾ ਹੈ, ਜੇ ਗੁਰੂ ਦੇ ਪਿਆਰਿਆਂ ਦੇ ਨਾਲ ਸਾਂਝ ਬਣਾਉਣੀ ਹੈ, ਤੇ ਫਿਰ ਇੱਕ ਮਨ ਦੇ ਅੰਦਰ ਸਿੱਕ ਲੈ ਕੇ, ਤਾਂਘ ਲੈ ਕੇ, ਜਿਹੜੀ ਗੱਲ ਆਪਾਂ ਸਮਝਣ ਦਾ ਯਤਨ ਕਰ ਰਹੇ ਹਾਂ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਵੀ ਜੇ ਗੁਰੂ ਦੇ ਕੋਲ ਵੀ ਆਉਣਾ ਤੇ ਫਿਰ ਇਹੋ ਜਿਹੀ ਤਾਂਘ ਹੋਵੇ, ਹਰ ਤੀਜੜੀ ਲਾਮ ਮਨ ਚਾਉ ਭਇਆ ਬੈਰਾਗੀਆ ਬਲਰਾਮ ਜੀਓ। ਤੇਰੇ ਮਨ ਦੇ ਅੰਦਰ ਚਾਹ ਹੋਵੇ, ਗੁਰੂ ਦੇ ਕੋਲ ਆਉਣਾ ਹੈ ਤੇ ਗੁਰੂ ਦੇ ਕੋਲ ਆਉਣਾ ਤੇਰੀ ਮਜਬੂਰੀ ਨਾ ਹੋਵੇ। ਬੱਧਾ ਚੱਟੀ ਨਾ ਆ, ਗੁਰੂ ਦੇ ਦਰ ਤੇ ਆਉਣਾ ਹੈ ਤੇ ਫਿਰ ਇਹ ਗੁਰੂ ਦੇ ਦਰ ਤੇ ਤੂੰ ਕਿਸੇ ਨੂੰ ਵੇਖਾ ਵੇਖੀ ਨਾ ਆ ਵੀ ਉਹ ਗਿਆ ਤੇ ਚੱਲ ਮੈਂ ਵੀ ਜਾਣਾ, ਜਾਂ ਤੇਰੀ ਕੋਈ ਮਜਬੂਰੀ ਹੈ। ਖਿਮਾ ਕਰਨਾ, ਅੱਜ ਵੈਸੇ ਸਾਡੇ ਦੋ ਹੀ ਕਾਰਨ ਨੇ ਗੁਰੂ ਦੇ ਨਾਲ ਸਾਂਝ ਬਣਾਉਣ ਦੇ ਜਾਂ ਗੁਰੂ ਦੇ ਕੋਲ ਆਉਣ ਦੇ। ਪਹਿਲਾ ਕਾਰਨ ਹੈ ਸਾਡਾ ਸਵਾਰਥ ਦਾ, ਲਾਲਚ ਦਾ, ਤੇ ਦੂਸਰਾ ਕਾਰਨ ਹੈ ਡਰ ਦਾ। ਅਸੀਂ ਮਜਬੂਰ ਹਾਂ, ਕਿਤੇ ਨਾ ਕਿਤੇ ਸਵਾਰਥ ਨੇ, ਕਿਤੇ ਨਾ ਕਿਤੇ ਲਾਲਚ ਨੇ, ਕਿਤੇ ਨਾ ਕਿਤੇ ਡਰ ਹੈ। ਸੋ ਸਤਿਗੁਰੂ ਜੀ ਕਹਿਣ ਲੱਗੇ ਇਹੋ ਜਿਹੀ ਭਾਵਨਾ ਦੇ ਵਿੱਚੋਂ ਗੁਰੂ ਦੇ ਕੋਲ ਨਾ ਆਈ। ਜੇ ਗੁਰੂ ਦੇ ਕੋਲ ਆਉਣਾ ਹੈ ਤੇ ਫਿਰ ਮਨ ਚਾਉ ਭਇਆ ਬੈਰਾਗੀਆ ਬਲਰਾਮ ਜੀਓ। ਤੇਰੇ ਮਨ ਦੇ ਅੰਦਰ ਤਾਂਘ ਹੋਵੇ, ਚਾਹ ਹੋਵੇ, ਉਸ ਚਾਹ ਦੇ ਵਿੱਚੋਂ ਫਿਰ ਇਹ ਆਵਾਜ਼ ਨਿਕਲਦੀ ਹੋਵੇ, ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਉਸ ਚਾਹ ਦੇ ਵਿੱਚੋਂ, ਉਸ ਤਾਂਘ ਦੇ ਵਿੱਚੋਂ ਫਿਰ ਇਹ ਆਵਾਜ਼ ਜਿਹੜੀ ਹੈ ਉਹ ਆਉਂਦੀ ਹੋਵੇ, ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋਂ ਅਨਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਉਸ ਚਾਹ ਦੇ ਵਿੱਚੋਂ ਫਿਰ ਇੱਕ ਆਵਾਜ਼ ਜਿਹੜੀ ਹੈ ਉਹ ਆਉਂਦੀ ਹੋਵੇ ਤੇ ਉਹ ਆਵਾਜ਼ ਇਹ ਹੋਵੇ, ਦਰਮਾਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੀ ਵਾਰ। ਉਸ ਆਵਾਜ਼ ਦੇ ਵਿੱਚੋਂ ਫਿਰ ਆ ਸਿੱਕ ਨਿਕਲੇ, ਆ ਬੋਲ ਤੇਰੀ ਜ਼ੁਬਾਨ ਦੇ ਅੰਦਰ ਆ ਜਾਣ, ਬਲਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਖੈਰ ਸਤਿਗੁਰੂ ਜੀ ਕਹਿਣ ਲੱਗੇ ਆ ਜਦੋਂ ਤਿੰਨਾਂ ਪੜਾਵਾਂ ਚੋਂ ਲੰਘਦਾ ਹੋਇਆ ਤੂੰ ਆਪਣੇ ਜੀਵਨ ਨੂੰ ਗੁਜ਼ਾਰੇਗਾ, ਫਿਰ ਗੁਰੂ ਨੇ ਕਿਰਪਾ ਕਰਨੀ ਹੈ, ਫਿਰ ਤੇਰੇ ਜੀਵਨ ਦੇ ਅੰਦਰ ਇੱਕ ਸਹਿਜ ਆਵੇਗਾ, ਇੱਕ ਸਚਿਆਰਾਪਨ ਆਵੇਗਾ। ਇਹੀ ਤਾਂ ਗੁਰੂ ਸਾਨੂੰ ਦੇਣਾ ਚਾਹੁੰਦਾ ਹੈ ਨਾ ਜੀ, ਵੀ ਤੂੰ ਸਚਿਆਰਾ ਹੋ ਜਾ। ਸਚਿਆਰਾ ਦੇ ਅਰਥ ਨੇ ਸਹਿਜ। ਸਹਿਜ ਨੂੰ ਜਦੋਂ ਆਪਾਂ ਹੋਰ ਥੋੜ੍ਹਾ ਜਿਹਾ ਅੱਗੇ ਜਾ ਕੇ ਸਮਝਣ ਦਾ ਯਤਨ ਕਰਦੇ ਹਾਂ ਤੇ ਉਹ ਅਵਸਥਾ ਜਿੱਥੇ ਬੰਦਾ ਬਿਲਕੁਲ ਅਡੋਲ ਹੋ ਜਾਂਦਾ ਹੈ, ਫਿਰ ਉੱਥੇ ਨਾ ਤਾਂ ਕਿਸੇ ਦੁੱਖ ਦੀ ਗੱਲ ਹੈ, ਨਾ ਸੁੱਖ ਦੀ ਗੱਲ ਹੈ, ਨਾ ਉੱਥੇ ਫਿਰ ਉਸਤਤ ਦੀ ਗੱਲ ਹੈ, ਨਾ ਨਿੰਦਿਆ ਦੀ ਗੱਲ ਹੈ, ਨਾ ਫਿਰ ਉੱਥੇ ਕੋਈ ਆਪਣੇ ਦੀ ਗੱਲ ਰਹਿ ਜਾਂਦੀ ਹੈ, ਨਾ ਪਰਾਏ ਦੀ ਗੱਲ ਰਹਿ ਜਾਂਦੀ ਹੈ, ਨਾ ਵੈਰੀ ਦੀ ਗੱਲ ਰਹਿ ਜਾਂਦੀ ਹੈ, ਨਾ ਮਿੱਤਰ ਦੀ ਗੱਲ ਰਹਿ ਜਾਂਦੀ ਹੈ। ਉੱਥੇ ਸਾਰਾ ਹੀ ਫਿਰ ਇੱਕੋ ਜਿਹਾ ਲੱਗਦਾ ਹੈ, ਇੱਕੋ ਜਿਹਾ। ਤੇ ਇਹੀ ਅਵਸਥਾ ਬਾਣੀ ਜਿਹੜੀ ਹੈ ਉਹ ਸਾਨੂੰ ਦੇਣਾ ਚਾਹੁੰਦੀ ਹੈ ਵੀ ਤੇਰੀ ਜ਼ਿੰਦਗੀ ਦੇ ਅੰਦਰ ਜੋ ਕੁਝ ਮਰਜ਼ੀ ਆਵੇ, ਭਾਵੇਂ ਮਿੱਤਰ ਦੇ ਨਾਲ ਤੂੰ ਮਿਲੇ,
ਤੇ ਭਾਵੇਂ ਤੂੰ ਵੈਰੀ ਦੇ ਨਾਲ ਮਿਲੇ, ਤੇਰਾ ਸੁਭਾਅ ਨਹੀਂ ਚੇਂਜ ਹੋਣਾ ਚਾਹੀਦਾ। ਬਾਣੀ ਨੇ ਗੱਲ ਕਹੀ ਹੈ ਨਾ, ਹਰ ਜਨ ਰਾਮ ਨਾਮ ਗੁਣ ਗਾਵੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਸਤਿਗੁਰੂ ਜੀ ਕਹਿਣ ਲੱਗੇ ਜਿਹੜਾ ਹਰੀ ਦਾ ਜਨ ਹੈ ਨਾ, ਉਹ ਹਮੇਸ਼ਾ ਉਸ ਪਰਮਾਤਮਾ ਦਾ ਗੁਣਾਂ ਨੂੰ ਗਾਉਂਦਾ ਹੈ। ਤੇ ਜੇ ਕੋਈ ਉਸ ਹਰੀ ਦੇ ਜਨ ਦੀ, ਉਸ ਸੇਵਕ ਦੀ ਨਿੰਦਿਆ ਵੀ ਕਰਦਾ ਹੈ, ਤੇ ਉਹਦਾ ਸੁਭਾਅ ਇਹੋ ਜਿਹਾ ਵੀ ਉਹ ਆਪਣੇ ਇਸ ਗੁਣ ਨੂੰ ਨਹੀਂ ਗਵਾਉਂਦਾ, ਉਹ ਆਪਣੇ ਸਹਿਜ ਨੂੰ ਨਹੀਂ ਗਵਾਉਂਦਾ, ਉਹ ਆਪਣੇ ਅੰਦਰ ਫਿਰ ਅੰਦਰੋਂ ਪਰੇਸ਼ਾਨ ਨਹੀਂ ਹੁੰਦਾ। ਤੁਸੀਂ ਵੇਖੋ ਵੀ ਅੱਜ ਅਸੀਂ ਐਵੇਂ ਦੂਸਰਿਆਂ ਨੂੰ ਵੇਖ ਕੇ ਆਪ ਪਰੇਸ਼ਾਨ ਹੁੰਦੇ ਰਹਿੰਦੇ ਹਾਂ, ਵੀ ਕਮਾਲ ਦੀ ਗੱਲ ਹੈ। ਅੱਜ ਬੰਦੇ ਦੀ ਜੀਵਨ ਸ਼ੈਲੀ ਇਹੋ ਜਿਹੀ ਬਣੀ ਹੈ ਵੀ ਦੂਸਰਿਆਂ ਨੂੰ ਵੇਖ ਵੇਖ ਕੇ ਅਸੀਂ ਪਰੇਸ਼ਾਨ ਹੁੰਦੇ ਰਹਿੰਦੇ ਹਾਂ। ਤੇ ਮੈਂ ਕੱਲ੍ਹ ਵੀ ਬੇਨਤੀ ਕਰ ਰਿਹਾ ਸੀ ਭੈਣਾਂ ਦੇ ਨਾਲ ਵੀ ਆਪਣੀ ਜ਼ਿੰਦਗੀ ਦਾ ਜਿਹੜਾ ਰਿਮੋਟ ਕੰਟਰੋਲਰ ਹੈ ਨਾ, ਉਹ ਤੁਹਾਡੇ ਆਪਣੇ ਹੱਥ ਦੇ ਵਿੱਚ ਹੋਣਾ ਚਾਹੀਦਾ, ਕਿਸੇ ਦੂਸਰੇ ਦੇ ਹੱਥ 'ਚ ਨਹੀਂ। ਐਸਾ ਨਾ ਹੋਵੇ ਵੀ ਕੋਈ ਇੱਕ ਬੰਦਾ ਤੁਹਾਨੂੰ ਪਰੇਸ਼ਾਨ ਕਰ ਸਕੇ ਜਾਂ ਕੋਈ ਤੁਹਾਨੂੰ ਖੁਸ਼ ਕਰ ਸਕੇ। ਆਪਣੀ ਖੁਸ਼ੀ ਤੇ ਆਪਣੇ ਦੁੱਖ ਦੇ ਮਾਲਕ ਤੁਸੀਂ ਆਪ ਹੋਵੋ, ਇਹ ਸਹਿਜ ਅਵਸਥਾ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਹਰ ਚੌਥੜੀ ਲਾਮ ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀਓ। ਹੇ ਮੇਰੇ ਸੋਹਣੇ ਰਾਮ ਪਰਮਾਤਮਾ ਜੀ, ਇਹ ਜੀਵ ਰੂਪੀ ਇਸਤਰੀ ਦੀ ਉਸ ਪਰਮਾਤਮਾ ਪਤੀ ਦੇ ਨਾਲ ਚੌਥੀ ਲਾਮ ਹੈ, ਇਹ ਅਖੀਰਲਾ ਪੜਾਵ ਹੈ। ਮਨ ਸਹਿਜ ਪਿਆ, ਉਹਨਾਂ ਜੀਵ ਇਸਤਰੀਆਂ ਦੇ ਮਨ ਦੇ ਵਿੱਚ ਫਿਰ ਸਹਿਜ ਆ ਜਾਂਦਾ ਹੈ। ਕਿਹਨਾਂ ਦੇ ਮਨ 'ਚ? ਉੱਤੋਂ ਆਪਾਂ ਗੱਲ ਨੂੰ ਸਮਝਣ ਦਾ ਯਤਨ ਕਰ ਰਹੇ ਸੀ ਵੀ ਜਿਨ੍ਹਾਂ ਨੇ ਆਹਰ ਕੀਤਾ ਹੈ ਨਾਮ ਜਪਣ ਦਾ, ਗੁਰੂ ਦੇ ਕੋਲ ਗਈਆਂ ਨੇ, ਗੁਰੂ ਦੇ ਕੋਲ ਗਈਆਂ ਨੇ ਤੇ ਕਿਸੇ ਮਜਬੂਰੀ ਵਸ ਨਹੀਂ, ਉਹ ਪਿਆਰ ਦੇ ਵਿੱਚ ਭਿੱਜ ਕੇ ਗਈਆਂ ਨੇ, ਉਹ ਤਾਂਘ ਲੈ ਕੇ ਗਈਆਂ ਨੇ, ਉਹ ਮਨ 'ਚ ਇੱਕ ਸਿੱਕ ਲੈ ਕੇ ਗਈਆਂ ਨੇ। ਫਿਰ ਉਹਨਾਂ ਦੇ ਵਿੱਚ ਜਦੋਂ ਸਹਿਜ ਪੈਦਾ ਹੋਇਆ ਤੇ ਸਤਿਗੁਰੂ ਜੀ ਕਹਿਣ ਲੱਗੇ ਮਨ ਸਹਿਜ ਭਇਆ ਹਰ ਪਾਇਆ, ਫਿਰ ਉਹਨਾਂ ਨੂੰ ਪਰਮਾਤਮਾ ਮਿਲ ਪਿਆ। ਉਸ ਪਰਮਾਤਮਾ ਦੇ ਨਾਲ, ਵਾਹਿਗੁਰੂ ਦੇ ਨਾਲ ਉਹਨਾਂ ਦਾ ਮਿਲਾਪ ਹੋ ਗਿਆ। ਬਲਰਾਮ ਜੀਓ। ਤੇ ਸਤਿਗੁਰੂ ਜੀ ਕਹਿਣ ਲੱਗੇ ਗੁਰਮੁਖ ਮਿਲਿਆ ਸੁਭਾਏ। ਗੁਰੂ ਦੇ ਸਨਮੁਖ ਜਿਹੜੀਆਂ ਹੋਈਆਂ ਨਾ, ਤੇ ਉਹਨਾਂ ਨੇ ਆਪਣਾ ਪਿਆਰ ਉਸ ਪਰਮਾਤਮਾ ਦੇ ਨਾਲ ਬਣਾਇਆ, ਗੁਰੂ ਦੇ ਨਾਲ ਸਾਂਝ ਬਣਾ ਕੇ। ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ। ਫਿਰ ਉਹਨਾਂ ਦੇ ਮਨ ਨੂੰ ਵੀ ਪਰਮਾਤਮਾ ਮਿੱਠਾ ਲੱਗਦਾ ਤੇ ਉਹਦੇ ਤਨ ਨੂੰ ਵੀ ਪਰਮਾਤਮਾ ਮਿੱਠਾ ਲੱਗਦਾ। ਭਾਵ ਫਿਰ ਰੱਬੀ ਗੁਣ ਜਿੱਥੇ ਉਹ ਮਨ ਦੇ ਵਿੱਚ ਵਸਾਉਂਦਾ ਹੈ, ਉੱਥੇ ਉਹਨਾਂ ਰੱਬੀ ਗੁਣਾਂ ਨੂੰ ਤਨ ਦੇ ਉੱਪਰ ਵੀ ਉਹ ਅਪਣਾ ਲੈਂਦਾ ਹੈ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ। ਅੱਛਾ, ਇਹ ਜਿਹੜਾ ਪਰਮਾਤਮਾ ਦਾ ਤੇ ਜੀਵ ਦਾ ਪਿਆਰ ਹੈ ਨਾ, ਇਹ ਦੋ ਤਰਫਾ ਪਿਆਰ ਹੈ। ਵੈਸੇ ਬਾਣੀ ਨੇ ਇੱਕ ਤਰਫੇ ਪਿਆਰ ਦੀ ਵੀ ਗੱਲ ਕੀਤੀ ਹੈ। ਜਦੋਂ ਆਪਾਂ ਪੜ੍ਹਦੇ ਹਾਂ ਨਾ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵੀ ਹੋਣਾ ਚਾਤਰਿਕੋ ਕਿਉਂ ਕਰ ਤ੍ਰਿਪਤਾਵੈ। ਹੁਣ ਇਹ ਇੱਕ ਤਰਫਾ ਪਿਆਰ ਹੈ। ਮੱਛੀ ਤਾਂ ਪਾਣੀ ਨੂੰ ਪਿਆਰ ਕਰਦੀ ਹੈ, ਪਰ ਕਦੇ ਪਾਣੀ ਨੇ ਇਹ ਕਿਹਾ ਵੀ ਮੈਂ ਮੱਛੀ ਨੂੰ ਪਿਆਰ ਕਰਦਾ। ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ, ਇਹ ਸੱਚਾਈ ਹੈ। ਪਾਣੀ ਨੂੰ ਕੋਈ ਪ੍ਰਵਾਹ ਵੀ ਨਹੀਂ ਹੈ, ਭਾਵੇਂ ਮੱਛੀ ਉਹਦੇ ਵਿੱਚ ਹੋਵੇ ਤੇ ਭਾਵੇਂ ਨਾ ਹੋਵੇ, ਕਿਉਂਕਿ ਪਿਆਰ ਇੱਕ ਤਰਫਾ ਹੈ। ਪਰ ਜਿਹੜਾ ਗੁਰੂ ਦਾ ਤੇ ਸਿੱਖ ਦਾ, ਉਸ ਪਰਮਾਤਮਾ ਦਾ ਤੇ ਇਸ ਜੀਵ ਦਾ ਪਿਆਰ ਹੈ, ਇਹ ਦੋ ਤਰਫਾ ਪਿਆਰ ਹੈ। ਜਿਹਦੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤੀ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜਦੋਂ ਦੋ ਤਰਫਾ ਪਿਆਰ ਹੋਵੇ ਨਾ, ਤੇ ਦੋਵਾਂ ਪਾਸਿਆਂ ਤੋਂ ਫਿਰ ਅੱਗੇ ਵਧਿਆ ਜਾਂਦਾ ਹੈ। ਤੇ ਆਨੰਦ ਵੀ ਫਿਰ ਉਸੇ ਪਿਆਰ ਦੇ ਵਿੱਚ ਹੈ। ਜਦੋਂ ਦੋ ਤਰਫਾ ਪਿਆਰ ਹੋਵੇ ਤੇ ਫਿਰ ਉਹ ਦੋਵੇਂ ਪਾਸਿਆਂ ਤੋਂ ਅੱਗੇ ਵਧਿਆ ਜਾ ਰਿਹਾ ਹੋਵੇ। ਹੁਣ ਸਤਿਗੁਰੂ ਜੀ ਕਹਿਣ ਲੱਗੇ ਜੇ ਇਸ ਜੀਵ ਨੂੰ ਉਹ ਪਰਮਾਤਮਾ ਮਿੱਠਾ ਤੇ ਪਿਆਰਾ ਲੱਗਣ ਲੱਗ ਜਾਂਦਾ ਹੈ ਨਾ, ਹਰ ਮਿੱਠਾ ਲਾਇਆ, ਜੇ ਜੀਵ ਨੂੰ ਰੱਬ ਮਿੱਠਾ ਲੱਗਣ ਲੱਗ ਪਿਆ, ਗੁਣ ਮਿੱਠੇ ਲੱਗਣ ਲੱਗ ਪਏ, ਮੇਰੇ ਪ੍ਰਭ ਭਾਇਆ,
ਤੇ ਫਿਰ ਉਹ ਪਰਮਾਤਮਾ ਨੂੰ ਵੀ ਜੀਵ ਭਾਉਣ ਲੱਗ ਜਾਂਦਾ, ਚੰਗਾ ਲੱਗਦਾ ਹੈ। ਉਹਦੇ ਉੱਤੇ ਫਿਰ ਬਖਸ਼ਿਸ਼ਾਂ ਮਿਹਰਾਮਤਾਂ ਹੁੰਦੀਆਂ ਨੇ ਰੱਬ ਜੀ ਦੀਆਂ। ਤੇ ਸਤਿਗੁਰੂ ਜੀ ਕਹਿਣ ਲੱਗੇ ਅਨਦਿਨ ਹਰ ਲਿਵ ਲਾਈ। ਫਿਰ ਉਸ ਜੀਵ ਦੀ ਲਿਵ ਹਰ ਰੋਜ਼ ਹੀ ਉਸ ਪਰਮਾਤਮਾ ਦੇ ਵਿੱਚ ਜੁੜੀ ਰਹਿੰਦੀ ਹੈ। ਤੇ ਅਖੀਰ ਤੇ ਸਤਿਗੁਰੂ ਜੀ ਕਹਿਣ ਲੱਗੇ ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵੱਜੀ ਵਾਧਾਈ। ਫਿਰ ਉਹਨਾਂ ਜੀਵਾਂ ਨੂੰ ਮਨ ਇੱਛਤ ਫਲ ਪ੍ਰਾਪਤ ਹੋ ਗਿਆ। ਤੇ ਉਹਨਾਂ ਦੇ ਮਨ ਦੇ ਵਿੱਚ ਕੀ ਇੱਛਾ ਸੀ ਜੀ? ਪਰਮਾਤਮਾ ਨੂੰ ਮਿਲਣ ਦੀ। ਉਹਨਾਂ ਦੇ ਮਨ ਦੇ ਵਿੱਚ ਇੱਛਾ ਸੀ ਉਸ ਪਰਮਾਤਮਾ ਦੇ ਨਾਲ ਸਾਂਝ ਬਣਾਉਣ ਦੀ, ਸੱਚ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ। ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵੱਜੀ ਵਾਧਾਈ। ਤੇ ਉਹਨਾਂ ਦੇ ਮਨ ਦੇ ਵਿੱਚ ਫਿਰ ਉਸ ਪਰਮਾਤਮਾ ਦੇ ਨਾਮ ਦੇ ਵਾਜੇ ਹਮੇਸ਼ਾ ਵੱਜਦੇ ਨੇ, ਭਾਵ ਉਹ ਸਦਾ ਫਿਰ ਸੱਚ ਦੇ ਨਾਲ ਜੁੜੀਆਂ ਰਹਿੰਦੀਆਂ ਨੇ। ਜਿਨ੍ਹਾਂ ਨੇ ਚੌਥੀ ਲਾਮ ਉਸ ਪ੍ਰਭੂ ਪਤੀ ਪਰਮਾਤਮਾ ਦੇ ਨਾਲ ਲਈ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ ਹਰ ਪ੍ਰਭ ਠਾਕੁਰ ਕਾਜ ਰਚਾਇਆ, ਧਨ ਹਿਰਦੈ ਨਾਮ ਵਿਗਾਸੀ। ਜਿਨ੍ਹਾਂ ਦੇ ਜੀਵਨ ਦੇ ਵਿੱਚ ਉਸ ਪਰਮਾਤਮਾ ਨੇ ਇਹ ਕਾਰਜ ਰਚਾ ਦਿੱਤਾ ਹੈ, ਫਿਰ ਉਹ ਜੀਵ ਇਸਤਰੀ ਸਦਾ ਹੀ ਖੁਸ਼ੀ ਦੇ ਵਿੱਚ ਹੈ, ਆਨੰਦ ਦੇ ਵਿੱਚ ਹੈ। ਵਿਗਾਸੀ ਦੇ ਅਰਥ ਨੇ ਖੇੜਾ, ਆਨੰਦ। ਫਿਰ ਉਹਦੇ ਜੀਵਨ ਦੇ ਵਿੱਚ ਕੋਈ ਦੁੱਖ ਦਾ ਅਹਿਸਾਸ ਨਹੀਂ। ਫਿਰ ਉਹ ਹਰ ਇੱਕ ਹਾਲਾਤ ਦੇ ਵਿੱਚ ਇਹ ਗੱਲ ਕਵੇਗੀ, ਸੁਖ ਨਾ ਹੀ ਦੁੱਖ ਨਾ ਹੀ ਸਭ ਸੁਖ ਹੀ ਹੈ ਰੇ, ਏਕੈ ਏਕੀ ਨੇਤੈ। ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤੈ। ਅਜੇ ਇਹ ਹੈ ਵੀ ਸਾਨੂੰ ਕੋਈ ਬੁਰਾ ਲੱਗਦਾ ਹੈ ਤੇ ਕੋਈ ਚੰਗਾ ਲੱਗਦਾ ਹੈ। ਫਿਰ ਉਹ ਕਹਿਣਗੇ ਨਹੀਂ, ਬੁਰਾ ਨਹੀਂ ਸਭ ਭਲਾ ਹੀ ਹੈ ਰੇ। ਫਿਰ ਉਹਨਾਂ ਨੂੰ ਸਾਰੇ ਹੀ ਚੰਗੇ ਲੱਗਣਗੇ। ਫਿਰ ਉਹਨਾਂ ਨੂੰ ਜਿੱਦਣ ਗੁਰੂ ਦਾ ਨਜ਼ਰੀਆ ਸਾਧ ਸੰਗਤ ਜੀ ਸਾਡੇ ਕੋਲ ਆ ਗਿਆ ਨਾ, ਉਦਣ ਤਾਂ ਸਾਨੂੰ ਫਿਰ ਸੱਜਣ ਠੱਗ ਵੀ ਚੰਗਾ ਲੱਗੇਗਾ, ਉਦਣ ਭੂਮੀਆ ਚੋਰ ਵੀ ਚੰਗਾ ਲੱਗੇਗਾ, ਉਦਣ ਸਾਨੂੰ ਭਾਈ ਬੀਦੀ ਚੰਦ ਵੀ ਚੰਗਾ ਲੱਗੇਗਾ। ਹਾਲਾਂਕਿ ਕੰਮ ਉਹਨਾਂ ਦੇ ਮਾੜੇ ਨੇ। ਵੇਖੋ ਗੁਰੂ ਦਾ ਨਜ਼ਰੀਆ ਕਿੱਡਾ ਬਾ ਕਮਾਲ ਹੈ ਵੀ ਗੁਰੂ ਨੂੰ ਇਹ ਚੰਗੇ ਲੱਗਦੇ ਨੇ। ਅਜੇ ਸਾਡੇ ਕੋਲ ਗੁਰੂ ਦਾ ਨਜ਼ਰੀਆ ਨਹੀਂ, ਸਾਨੂੰ ਭਰਾ ਨਹੀਂ ਚੰਗਾ ਲੱਗਦਾ, ਸਾਨੂੰ ਮਾਂ ਨਹੀਂ ਚੰਗੀ ਲੱਗਦੀ, ਸਾਨੂੰ ਸੱਸ ਨਹੀਂ ਚੰਗੀ ਲੱਗਦੀ, ਸਾਨੂੰ ਨੂੰਹ ਨਹੀਂ ਚੰਗੀ ਲੱਗਦੀ, ਸਾਨੂੰ ਭੈਣ ਨਹੀਂ ਚੰਗੀ ਲੱਗਦੀ, ਸਾਨੂੰ ਧੀਆਂ ਪੁੱਤਰ ਨਹੀਂ ਚੰਗੇ ਲੱਗਦੇ। ਸੋ ਖੈਰ ਗੁਰੂ ਕਿਰਪਾ ਕਰਨ। ਸਤਿਗੁਰੂ ਜੀ ਕਹਿੰਦੇ ਨੇ ਹਰ ਪ੍ਰਭ ਠਾਕੁਰ ਕਾਜ ਰਚਾਇਆ, ਧਨ ਹਿਰਦੈ ਨਾਮ ਵਿਗਾਸੀ। ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਿਨਾਸ਼ੀ। ਨਾਨਕ ਦਾਸ ਆਖਦਾ ਹੈ ਵੀ ਇਹ ਜੀਵ ਰੂਪੀ ਇਸਤਰੀ ਦੀ ਉਸ ਪਰਮਾਤਮਾ ਪਤੀ ਦੇ ਨਾਲ ਚੌਥੀ ਲਾਮ ਹੈ। ਤੇ ਇਸ ਲਾਮ ਦੇ ਉੱਤੇ ਇਸ ਪੜਾਵ 'ਤੇ ਆ ਕੇ ਇਸ ਜੀਵ ਰੂਪੀ ਇਸਤਰੀ ਨੂੰ ਉਸ ਪ੍ਰਭੂ ਪਤੀ ਦੇ ਨਾਲ ਮਿਲਾਪ ਹੋ ਜਾਂਦਾ ਹੈ। ਤੇ ਜਿੱਦਣ ਉਸ ਪਰਮਾਤਮਾ ਦੇ ਨਾਲ ਇੱਕ ਮਿਕਤਾ ਬਣ ਗਈ, ਸਤਿਗੁਰੂ ਜੀ ਕਹਿਣ ਲੱਗੇ ਉਦਣ ਫਿਰ ਇਹਦੇ ਵਿੱਚ ਤੇ ਰੱਬ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਅੰਤਰ ਨਹੀਂ ਰਹਿ ਜਾਵੇਗਾ। ਜੇ ਰੱਬ ਨਿਰਵੈਰ ਹੈ ਤੇ ਇਹ ਵੀ ਨਿਰਵੈਰ ਬਣ ਜਾਏਗਾ, ਜੇ ਰੱਬ ਨਿਰਭਉ ਹੈ ਤੇ ਇਹ ਵੀ ਨਿਰਭਉ ਬਣ ਜਾਵੇਗਾ, ਜੇ ਰੱਬ ਕਿਰਪਾਲੂ ਹੈ ਤੇ ਇਹ ਵੀ ਕਿਰਪਾਲੂ ਬਣ ਜਾਏਗਾ, ਜੇ ਰੱਬ ਦਿਆਲੂ ਹੈ ਤੇ ਇਹ ਵੀ ਦਿਆਲੂ ਬਣ ਜਾਵੇਗਾ। ਫਿਰ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਤੇ ਇਹੀ ਗੁਰਮਤਿ ਨੇ ਜੀਵ ਦੇ ਮਨੁੱਖ ਦੇ ਜੀਵਨ ਦਾ ਇੱਕ ਟੀਚਾ ਦਿੱਤਾ ਹੈ। ਸੋ ਸਤਿਗੁਰੂ ਜੀ ਮਿਹਰਾਮਤ ਕਰਨ। ਚਾਰ ਲਾਵਾਂ ਦਾ ਜੋ ਉਪਦੇਸ਼ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਾਡੇ ਸਾਹਮਣੇ ਬਖਸ਼ਿਸ਼ ਕੀਤਾ ਸੀ, ਉਸ ਨੂੰ ਆਪਾਂ ਪਿਛਲੇਰੇ ਦਿਨਾਂ ਤੋਂ ਸਮਝਣ ਦਾ ਯਤਨ ਕਰ ਰਹੇ ਸਾਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ